ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇ ਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰਹਿ ਸੋ ਹੋਇ। ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਆਪਾਰ। ਜੋ ਤੁਧ ਸੇਵਹਿ ਤਿਨ ਭਾਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ
ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛਾਓ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛਾਓ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦੀਨਾ ਬੰਧੂ, ਖੰਡਾਂ ਤੇ ਬ੍ਰਹਮੰਡਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਆਪਣੇ ਜਨਮ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਜੋ ਆਪਣੇ ਪਾਵਨ ਦਰਸ਼ਨ ਬਖਸ਼ਿਸ਼ ਕੀਤੇ ਨੇ। ਨਿਤਨੇਮ ਦੀਆਂ ਗੁਰਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਗੁਰਮੁਖਾਂ ਤੋਂ ਸਰਵਣ ਕੀਤਾ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰਬਾਣੀ ਪੜ੍ਹੀ ਸੁਣੀ ਸਾਡੇ ਹਿਰਦਿਆਂ ਵਿੱਚ ਵਸੇ। ਗੁਰਮੁਖਾਂ ਦਾ ਗਾਉਣਾ, ਗੁਰਬਾਣੀ ਨੂੰ ਤੇ ਗੁਰੂ ਕੀਆਂ ਸੰਗਤਾਂ ਦਾ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਸਤਿਗੁਰੂ ਸਾਹਿਬ ਸਫਲ ਕਰਨ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮਨਾਮੇ ਸਾਹਿਬ ਬਖਸ਼ੇ ਹਨ, ਹੁਕਮਨਾਮੇ ਸਾਹਿਬ ਜੀ ਦੀ ਕਥਾ ਆਓ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤਿਲੰਗ ਰਾਗ ਦੇ ਵਿੱਚ ਦੂਜੇ ਸੁਰ ਤਾਲ ਅੰਦਰ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਸ੍ਰੀ ਮੁਖ ਵਾਕ ਉਚਾਰਦੇ ਹਨ, ਗੁਰਬਾਣੀ ਉਚਾਰਦੇ ਹਨ। ਇਸ ਪਾਵਨ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਸਤਿਗੁਰੂ ਨੂੰ ਸਨਮੁਖ ਸਮਝ ਕੇ ਬੇਨਤੀਆਂ ਕਰਦੇ ਨੇ ਅਤੇ ਸਾਨੂੰ ਵੀ ਜਾਚ ਸਿਖਾਉਂਦੇ ਨੇ, ਸਿੱਖਿਆ ਦਿੰਦੇ ਹਨ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਦੋਂ ਵੀ ਬੇਨਤੀ ਅਰਦਾਸ ਕਰਨੀ ਹੋਵੇ ਉਸ ਦੇ ਚਰਨਾਂ ਵਿੱਚ ਤੇ ਸਤਿਗੁਰੂ ਨੂੰ ਸਨਮੁਖ
ਨੇੜੇ ਹਾਜ਼ਰ ਨਾਜ਼ਰ ਸਮਝਣਾ ਜ਼ਰੂਰੀ ਹੈ। ਸਤਿਗੁਰੂ ਨੂੰ ਨੇੜੇ ਹਾਜ਼ਰ ਨਾਜ਼ਰ ਪ੍ਰਤੱਖ ਸਾਹਮਣੇ, ਪ੍ਰਤੱਖ ਵੀ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਹਨ ਇੱਥੇ, ਕਿਉਂਕਿ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ, ਸੁੰਦਰ ਦੀਵਾਨ ਸਜ ਰਹੇ ਹਨ, ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਪ੍ਰਤੱਖ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਹੋ, ਅਰਦਾਸਾਂ ਬੇਨਤੀਆਂ ਮਹਾਰਾਜ ਦੇ ਚਰਨਾਂ ਵਿੱਚ ਕਰ ਰਹੇ ਹੋ। ਸਤਿਗੁਰੂ ਕਹਿੰਦੇ ਕਿ ਵਾਹਿਗੁਰੂ ਅਕਾਲ ਪੁਰਖ ਨੂੰ ਸਨਮੁਖ ਸਮਝ ਕੇ ਅਰਦਾਸ ਕਰੋ ਤੇ ਗੁਰੂ ਸਾਹਿਬ ਜੀ ਦੀ ਫਿਰ ਕਿਰਪਾ ਹੁੰਦੀ ਹੈ। ਤੇ ਲੰਘ ਘਰ ਦੂਜਾ ਮਹੱਲਾ ਪੰਜਵਾ, ਦੂਜੇ ਸੁਰ ਤਾਲ ਦੇ ਵਿੱਚ ਤੇ ਲੰਘ ਰਾਗ ਅੰਦਰ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਤੁਧ ਬਿਨ ਦੂਜਾ ਨਾਹੀ ਕੋਏ। ਕੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਨੇ ਸਤਿਗੁਰੂ ਜੀ, ਅਤੇ ਸਾਨੂੰ ਵੀ ਅਰਦਾਸ ਕਰਨੀ ਦੱਸਦੇ ਨੇ, ਸਿਖਾਉਂਦੇ ਨੇ। ਮਹਾਰਾਜ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਮਹਾਰਾਜ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਸਾਡਾ, ਜਿਹਦੇ ਚਰਨਾਂ ਵਿੱਚ ਅਸੀਂ ਅਰਦਾਸ ਕਰ ਸਕੀਏ, ਜਿਸ ਦੇ ਚਰਨਾਂ ਵਿੱਚ ਅਸੀਂ ਬੇਨਤੀ ਅਰਜ਼ੋਈ ਕਰ ਸਕੀਏ। ਕੇਵਲ ਸਾਡੇ ਲਈ ਤੁਸੀਂ ਹੀ ਹੋ, ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ। ਆਪ ਜੀ ਤੋਂ ਬਿਨਾਂ ਕੋਈ ਹੋਰ ਨਹੀਂ, ਕੋਈ ਦੂਜਾ ਸਾਡਾ, ਕੋਈ ਦੇਵੀ ਦੇਵਤਾ, ਜਖ ਗੰਧਰਵ, ਹੋਰ ਕੋਈ ਦੂਜਾ ਨਹੀਂ ਜਿਹਦੇ ਚਰਨਾਂ ਵਿੱਚ ਅਸੀਂ ਅਰਦਾਸ ਕਰੀਏ। ਜਿੰਨੇ ਵੀ ਸਾਧ ਸੰਗਤ ਜੀ ਸੰਸਾਰ ਵਿੱਚ ਜੀਵ ਨੇ, ਪਸ਼ੂ ਹਨ, ਪੰਛੀ ਹਨ, ਜਿੰਨੇ ਵੀ ਸੰਸਾਰ ਵਿੱਚ ਜੀਵਾਂ ਦਾ ਵਸ ਹੈ, ਉਹ ਸਾਧ ਸੰਗਤ ਜੀ ਕੁਝ ਵੀ ਨਹੀਂ ਕਰ ਸਕਦੇ ਸਤਿਗੁਰੂ ਤੋਂ ਬਿਨਾਂ। ਜੋ ਕੁਝ ਵੀ ਕੋਈ ਜੀਵ ਕਰਨ ਦੀ ਹੰਗਤਾ ਧਾਰਦਾ ਹੈ ਕਿ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੇ ਤੋਂ ਬਿਨਾਂ ਕੁਝ ਕਰ ਸਕਦਾ ਹਾਂ, ਤੇ ਇਹ ਉਸ ਦੀ ਹੰਗਤਾ ਹੈ, ਇਹ ਉਸ ਦਾ ਸਾਧ ਸੰਗਤ ਜੀ ਹੰਕਾਰ ਕਹਿ ਲਓ, ਉਸ ਦੀ ਹਉਮੈ ਕਹਿ ਲਓ। ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਕੁਝ ਵੀ ਨਹੀਂ ਕਰ ਸਕਦਾ ਉਸ ਪਰਮਾਤਮਾ ਤੋਂ ਬਿਨਾਂ। ਉਹ ਹੀ ਸਭ ਕੁਝ ਕਰਨ ਵਾਲਾ ਹੈ। ਤੁਧ ਬਿਨ ਦੂਜਾ ਨਾਹੀ ਕੋਏ। ਮਹਾਰਾਜ, ਤੁਸੀਂ ਇਸ ਸੰਸਾਰ ਨੂੰ ਬਣਾਇਆ ਹੈ, ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ? ਤੁਸੀਂ ਹੀ ਤੇ ਹੋ, ਤੁਸੀਂ ਹੀ ਤੇ ਇਸ ਸੰਸਾਰ ਨੂੰ ਬਣਾਉਣਾ ਕੀਤਾ, ਕਰਤਾ ਪੁਰਖ। ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ, ਆਪ ਜੀ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਮਹਾਰਾਜ, ਤੁਸੀਂ ਜਗਤ ਦੇ ਕਰਤਾਰ ਹੋ, ਜੋ ਤੁਸੀਂ ਕਰਦੇ ਹੋ ਉਹੀ ਹੁੰਦਾ ਹੈ। ਕਰ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਹੱਥ, ਤੇ ਤਾਰ ਦਾ ਅਰਥ ਹੁੰਦਾ ਹੈ ਡੋਰੀ। ਤਾਰ ਦਾ ਅਰਥ ਹੁੰਦਾ ਹੈ ਡੋਰ। ਵਾਹਿਗੁਰੂ ਅਕਾਲ ਪੁਰਖ ਦੇ ਹੱਥ ਹੀ ਸਾਡੀ ਸਵਾਸਾਂ ਰੂਪੀ ਡੋਰ ਹੈ। ਜਦੋਂ ਮਾਲਕ ਨੂੰ ਚਾਹੇ ਉਹ ਸਾਡੇ ਸਵਾਸਾਂ ਰੂਪੀ ਡੋਰ ਨੂੰ ਤੋੜ ਸਕਦਾ ਹੈ। ਜਦੋਂ ਦੀ ਮਰਜ਼ੀ, ਜਦੋਂ ਉਸ ਦਾ ਹੁਕਮ ਹੋਇਆ, ਉਦੋਂ ਉਸ ਵਾਹਿਗੁਰੂ ਨੇ ਸਾਡੀ ਸਵਾਸਾਂ ਰੂਪੀ ਡੋਰ ਨੂੰ ਤੋੜ ਦੇਣਾ। ਫਿਰ ਜੀਵ ਦਾ ਸਾਧ ਸੰਗਤ ਜੀ ਇਸ ਸੰਸਾਰ ਵਿੱਚੋਂ ਜਾਣਾ ਹੋਣਾ ਹੈ। ਕਰ ਦਾ ਅਰਥ ਹੈ ਹੱਥ, ਤੇ ਤਾਰ ਦਾ ਅਰਥ ਹੈ ਡੋਰੀ। ਸਵਾਸਾਂ ਰੂਪੀ ਡੋਰੀ ਸਤਿਗੁਰੂ ਜੀ ਤੁਹਾਡੇ ਹੱਥ ਹੈ। ਜਿਸ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਸਾਡੀ ਸਵਾਸਾਂ ਰੂਪੀ ਡੋਰ ਹੈ, ਉਸ ਨੂੰ ਆਖਦੇ ਹਾਂ ਕਰਤਾਰ। ਤੇ ਰੋਜੀ ਰੂਪੀ ਡੋਰ ਵੀ ਤਾਂ ਉਸ ਵਾਹਿਗੁਰੂ ਦੇ ਹੱਥ ਹੈ।
ਨਗ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਤ ਸੰਗਤ ਜੀ, ਨੱਕ ਨੱਥ ਖਸਮ ਹੱਥ, ਸਵਾਸਾਂ ਰੂਪੀ ਡੋਰ ਵੀ ਉਸ ਖਸਮ ਦੇ ਮਾਲਕ ਦੇ ਕਰਤਾਰ ਦੇ ਹੱਥ ਵਿੱਚ ਹੈ, ਤੇ ਰੋਜੀ ਰੂਪੀ ਡੋਰ ਵੀ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ। ਵੇਖੋ, ਜਿੱਥੇ ਜਿੱਥੇ ਜੀਵ ਦਾ ਦਾਣਾ ਪਾਣੀ ਪਰਮਾਤਮਾ ਨੇ ਲਿਖਿਆ ਹੈ, ਜਿੱਥੇ ਜਿੱਥੇ ਜੀਵ ਦਾ ਦਾਣਾ ਪਾਣੀ ਹੈ, ਉੱਥੇ ਉੱਥੇ ਹੀ ਜੀਵ ਹੈ। ਹੁਣ ਸਾਧ ਸੰਗਤ ਜੀ, ਬਹੁਤ ਸਾਰੀਆਂ ਸਿੱਖ ਸੰਗਤਾਂ ਪੰਜਾਬ ਦੀ ਧਰਤੀ ਤੋਂ ਆ ਕੇ ਇੱਥੇ ਇੰਗਲੈਂਡ ਵਿੱਚ ਵਸੀਆਂ ਨੇ। ਉਹਨਾਂ ਦਾ ਰੱਬ ਜੀ ਨੇ, ਵਾਹਿਗੁਰੂ ਜੀ ਨੇ ਉਹਨਾਂ ਦਾ ਦਾਣਾ ਪਾਣੀ ਇੱਥੇ ਰੱਖਿਆ ਹੋਇਆ। ਜਿੰਨਾ ਸਮਾਂ ਦਾਣਾ ਪਾਣੀ ਇੱਥੇ ਹੈ, ਉਹਨਾਂ ਸਮਾਂ ਜੀਵ ਇੱਥੇ ਹੈ। ਜਦੋਂ ਦਾਣਾ ਪਾਣੀ ਮੁੱਕ ਗਿਆ, ਫਿਰ ਇੱਥੋਂ ਵੀ ਜਾਣਾ ਪੈਣਾ। ਇਸ ਕਰਕੇ ਰੋਜੀ ਰੂਪੀ ਡੋਰ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਤੇ ਸਵਾਸਾਂ ਰੂਪੀ ਡੋਰ ਵੀ ਉਸ ਮਾਲਕ ਦੇ ਹੱਥ ਵਿੱਚ ਹੈ। ਇਸ ਕਰਕੇ ਜਿਸ ਦੇ ਹੱਥ ਵਿੱਚ ਸਾਡੀ ਸਵਾਸਾਂ ਰੂਪੀ ਡੋਰ ਹੋਵੇ, ਉਸ ਨੂੰ ਕਰਤਾਰ ਕਹੀਦਾ ਹੈ। ਜਿਸ ਮਾਲਕ ਦੇ ਹੱਥ ਵਿੱਚ ਰੋਜੀ ਰੂਪੀ ਡੋਰ ਹੋਵੇ, ਉਸ ਮਾਲਕ ਨੂੰ ਕਰਤਾਰ ਕਹੀਦਾ ਹੈ। ਤੂੰ ਕਰਤਾਰ ਹੈ ਵਾਹਿਗੁਰੂ ਜੀ, ਤੁਸੀਂ ਹੀ ਸਾਰੇ ਸੰਸਾਰ ਨੂੰ ਕਰਨ ਵਾਲੇ ਹੋ, ਤੇ ਤੁਹਾਡੇ ਹੱਥ ਦੇ ਵਿੱਚ ਹੀ ਜੀਵਾਂ ਦੀ ਸਾਰੀ ਸ੍ਰਿਸ਼ਟੀ ਦੀ ਸਵਾਸਾਂ ਰੂਪੀ ਡੋਰ ਹੈ। ਤੁਸੀਂ ਜਦ ਚਾਹੋ ਸੰਸਾਰ ਵਿੱਚ ਜੀਵਾਂ ਨੂੰ ਪੈਦਾ ਕਰ ਸਕਦੇ ਹੋ, ਜਦ ਚਾਹੋ ਸੰਸਾਰ ਵਿੱਚ ਜੀਵਾਂ ਨੂੰ ਮਾਰ ਸਕਦੇ ਹੋ। ਤੁਸੀਂ ਹੀ ਪੈਦਾ ਕਰਨ ਵਾਲੇ ਹੋ, ਤੁਸੀਂ ਹੀ ਖਤਮ ਕਰਨ ਵਾਲੇ ਹੋ। ਤੁਹਾਡੇ ਹੱਥ ਦੇ ਵਿੱਚ ਹੀ ਸਵਾਸਾਂ ਰੂਪੀ ਡੋਰ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਮਹਾਰਾਜ ਜੀ, ਜੋ ਤੁਸੀਂ ਕਰਦੇ ਹੋ ਉਹੀ ਕੁਝ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਨੇ, ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਚਨ ਆਉਂਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਦੂਜਾ ਹੋਰ ਕੋਈ ਨਹੀਂ ਹੈ। ਕਰਨ ਕਾਰਨ ਸੋ ਪ੍ਰਭ ਸਮਰੱਥ। ਉਹ ਵਾਹਿਗੁਰੂ ਅਕਾਲ ਪੁਰਖ ਹੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਉਹ ਹੀ ਸਭ ਕੁਝ ਕਰ ਰਿਹਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਐ ਵਾਹਿਗੁਰੂ ਜੀ, ਮੇਰੇ ਸਰੀਰ ਦੇ ਵਿੱਚ ਤੁਹਾਡਾ ਹੀ ਬਲ ਬਖਸ਼ਿਸ਼ ਕੀਤਾ ਹੋਇਆ ਹੈ। ਗੁਰੂ ਸਾਹਿਬ ਜੀ ਦੇ ਬਲ ਬਖਸ਼ਿਸ਼ ਕੀਤੇ ਹੋਏ ਹੀ ਅਸੀਂ ਚੱਲਦੇ ਫਿਰਦੇ ਹਾਂ। ਮਹਾਰਾਜ ਜੀ, ਸਾਡੇ ਸਰੀਰ ਵਿੱਚ ਆਪ ਜੀ ਦਾ ਹੀ ਤੇ ਬਲ ਹੈ। ਤੁਸੀਂ ਹੀ ਤੇ ਸਾਨੂੰ ਬਲ ਦਿੱਤਾ ਹੈ, ਤੁਸੀਂ ਹੀ ਤੇ ਸਾਨੂੰ ਬਲ ਦੇ ਰਹੇ ਹੋ। ਤੇਰੀ ਮਨ ਟੇਕ, ਮਨ ਨੂੰ ਵੀ ਤੁਹਾਡੀ ਹੀ ਟੇਕ ਹੈ। ਮਨ ਨੂੰ ਵੀ ਮਹਾਰਾਜ ਤੁਹਾਡੀ ਹੀ ਓਟ ਹੈ। ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਕਹਿੰਦੇ ਨੇ, ਮੈਂ ਦਾਸ ਆਪ ਜੀ ਨੂੰ ਸਦਾ ਸਦਾ ਜਪਦਾ ਹਾਂ, ਜੋ ਇੱਕ ਹੈ, ਇੱਕ ਓੰਕਾਰ ਹੈ, ਜੋ ਇੱਕ ਅਦੁੱਤੀ, ਜਿਸ ਵਰਗਾ ਹੋਰ ਕੋਈ ਨਹੀਂ। ਓੰਕਾਰ ਸਭਨਾਂ ਨੂੰ ਪ੍ਰਕਾਸ਼ਣ ਵਾਲਾ, ਐਸੇ ਇੱਕ ਓੰਕਾਰ ਨੂੰ ਮੈਂ ਸਦਾ ਸਦਾ ਜਪਦਾ ਹਾਂ। ਹੁਣ ਸਤਿਗੁਰੂ ਸਾਨੂੰ ਵੀ ਤਾਂ ਜਾਚ ਸਿਖਾਉਂਦੇ ਨੇ, ਸਾਨੂੰ ਵੀ ਤਾਂ ਸਮਝਾਉਂਦੇ ਨੇ, ਸਿੱਖਿਆ ਦਿੰਦੇ ਨੇ ਮਹਾਰਾਜ ਜੀ। ਮਹਾਰਾਜ ਕਹਿੰਦੇ, ਐ ਸੰਸਾਰ ਦੇ ਜੀਵੋ, ਜੇ ਤੁਸੀਂ ਆਪ ਦਾ ਭਲਾ ਚਾਹੁੰਦੇ ਹੋ ਤੇ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਸਦਾ ਸਦਾ ਜਪੋ, ਸਦਾ ਹੀ ਜਪੋ। ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ। ਸਭਨਾ ਤੋਂ ਸ਼੍ਰੋਮਣੀ ਵਾਹਿਗੁਰੂ ਅਕਾਲ ਪੁਰਖ, ਉਪਰ ਸ਼੍ਰੋਮਣੀ। ਹੇ ਪਾਰ ਬ੍ਰਹਮ ਜੀ, ਆਪ ਜੀ ਪਾਰ ਉਰਾਰ ਤੋਂ ਰਹਿਤ ਹੋ। ਤੁਹਾਡਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
कोई अंत नहीं पा सकता। ऊपर तुसी शिरोमणी हो, पार ब्रह्म पार उरार तुम रहत हो, दातार दातां देण वाले हो। ਸਾਰੇ ਸੰਸਾਰ ਨੂੰ ਤੁਸੀਂ ਹੀ ਤੇ ਦਾਤਾਂ ਦੇ ਰਹੇ ਹੋ। ਜਿੰਨੀਆਂ ਦਾਤਾਂ ਸਤਿਗੁਰੂ ਸਾਨੂੰ ਬਖਸ਼ ਰਹੇ ਆ, ਅਸੀਂ ਉਸ ਦਾਤੇ ਪਾਸੋਂ ਹੀ ਤੇ ਦਾਤਾਂ ਪ੍ਰਾਪਤ ਕਰ ਰਹੇ ਹਾਂ, ਦਾਤਾਂ ਲੈ ਰਹੇ ਹਾਂ। ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਹਾਰਾਜ ਤੁਸੀਂ ਹੋ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ, ਦਾਤਾਰ। ਤੇਰੀ ਟੇਕ ਤੇਰਾ ਆਧਾਰ। ਮਹਾਰਾਜ ਸਾਹਿਬ ਜੀ, ਮੈਨੂੰ ਦਾਸ ਨੂੰ ਤੁਹਾਡੀ ਹੀ ਟੇਕ ਓਟ ਹੈ। ਇਸ ਲੋਕ ਵਿੱਚ ਤੁਹਾਡੀ ਹੀ ਟੇਕ ਓਟ ਹੈ, ਤੇ ਪਰਲੋਕ ਵਿੱਚ ਵੀ ਆਪ ਜੀ ਦਾ ਹੀ ਆਧਾਰ ਦਾ ਅਰਥ ਹੁੰਦਾ ਹੈ ਆਸਰਾ। ਇਸ ਲੋਕ ਵਿੱਚ ਵੀ ਤੁਹਾਡੀ ਟੇਕ ਓਟ ਹੈ, ਤੇ ਪਰਲੋਕ ਵਿੱਚ ਵੀ ਤੁਹਾਡਾ ਹੀ ਆਧਾਰ ਆਸਰਾ ਹੈ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕਉ ਤੁਮ ਏਕ। ਤੁਹਾਡੀ ਹੋਈ ਟੇਕ ਹੈ ਤੇ ਤੁਹਾਡਾ ਹੀ ਆਸਰਾ ਹੈ ਲੋਕ ਪਰਲੋਕ ਵਿੱਚ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਹਨ। ਹੈ ਤੂੰ ਹੋਵਨਹਾਰ। ਮਹਾਰਾਜ ਜੀ ਤੁਸੀਂ ਹੁਣ ਵੀ ਹੋ, ਪਿੱਛੇ ਵੀ ਸੀ, ਅੱਗੇ ਨੂੰ ਵੀ ਹੋਵੋਗੇ। ਵਰਤਮਾਨ ਸਮੇਂ ਵਿੱਚ ਵੀ ਸਤਿਗੁਰੂ ਹੁਣ ਵੀ ਹਨ, ਪ੍ਰਤੱਖ ਹਾਜ਼ਰ ਨਾਜ਼ਰ ਹਨ। ਪਿੱਛੇ ਵੀ ਸੀ ਸਤਿਗੁਰੂ ਸਾਹਿਬ ਜੀ, ਅੱਗੇ ਨੂੰ ਵੀ ਹੋਵਨਹਾਰ ਹੋਵੋਗੇ ਮਹਾਰਾਜ। ਭਵਿੱਖ ਵਿੱਚ ਵੀ ਤੁਸੀਂ ਹੋਵੋਗੇ। ਜਿਹੜਾ ਵਰਤਮਾਨ ਸਮਾਂ ਹੈ ਹੁਣ ਵੀ ਤੁਸੀਂ ਹੋ, ਜਿਹੜਾ ਭੂਤਕਾਲ ਸਮਾਂ ਸੀ ਉਦੋਂ ਵੀ ਤੁਸੀਂ ਸੀ ਮਹਾਰਾਜ। ਹੈ ਤੂੰ ਹੋਵਨਹਾਰ। ਮੂਲ ਮੰਤਰ ਦੇ ਵਿੱਚ ਵੀ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦਿ ਵਿੱਚ ਵੀ ਸੰਨ ਸਤਿਗੁਰੂ ਮਹਾਰਾਜ ਆਦਿ ਸੱਚ, ਜੁਗਾਦ ਸੱਚ। ਯੁੱਗਾਂ ਦੇ ਵਿੱਚ ਵੀ ਸਤਿਯੁਗ, ਤ੍ਰੇਤਾ, ਦੁਆਪਰ, ਕਲ ਯੁਗ, ਉਦੋਂ ਵੀ ਸਤਿਗੁਰੂ ਸਾਹਿਬ ਜੀ ਸਨ। ਜੁਗਾਦ ਸੱਚ, ਹੈ ਭੀ ਸੱਚ, ਹੁਣ ਵੀ ਨੇ। ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਨੇ ਅੱਗੇ ਨੂੰ ਵੀ ਸਤਿਗੁਰੂ ਜੀ ਹੋਣਗੇ। ਆ ਹੁਣੇ ਗੁਰਮੁਖਾਂ ਦੀ ਪਵਿੱਤਰ ਰਸਨਾ ਤੋਂ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਸਰਵਣ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਵੀ ਦੱਸਦੇ ਨੇ, ਆਦਿ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਮਹਾਰਾਜ ਕਿਰਪਾ ਕਰਦੇ ਨੇ, ਆਦਿ ਸੱਚ, ਜੁਗਾਦ ਸੱਚ। ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਕਿਰਪਾ ਕਰਦੇ, ਆਦਿ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਸਾਧ ਸੰਗਤ ਜੀ ਭੀ ਨਹੀਂ, ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਇੱਥੇ ਭੱਬੇ ਨੂੰ ਸਿਹਾਰੀ ਭੇ ਪਾਠ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਹੈ ਤੂੰ ਹੋਵਨਹਾਰ। ਪਿੱਛੇ ਵੀ ਤੁਸੀਂ ਮਹਾਰਾਜ ਸੀ, ਹੁਣ ਵੀ ਹੋ, ਅੱਗੇ ਨੂੰ ਵੀ ਤੁਸੀਂ ਹੋਵੋਗੇ। ਆਗਮ ਆਗਾਦ ਊਚ ਆਪਾਰ। हे ਮਾਲਕ ਜੀ, ਤੁਸੀਂ ਮਨ ਬਾਣੀ ਸਰੀਰ ਕਰਕੇ ਆਗਮ ਹੋ, ਗਮਤਾ ਤੋਂ ਰਹਿਤ ਹੋ, ਆਗਾਦ ਅਥਾਹ ਹੋ। ਊਚ ਸਾਰਿਆਂ ਤੋਂ ਉੱਚੇ ਹੋ, ਸ਼੍ਰੋਮਣੀ ਹੋ, ਵੱਡੇ ਹੋ। ਆਪਾਰ ਪਾਰਾਵਾਰ ਤੋਂ ਰਹਿਤ ਹੋ। ਅਗਮ ਊਚ ਹੈ ਤੇ ਊਚ, ਹਮ ਥੋੜੇ ਤੁਮ ਬਹੁਤ ਮੂਚ।
ਅਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਮਨ ਬਾਣੀ ਸਰੀਰ ਕਰਕੇ ਗਮਤਾ ਤੋ ਰਹਿਤ ਹੋ, ਆਗਾਦ ਅਥਾਹ ਹੋ, ਊਚ ਸਭ ਤੋਂ ਉੱਚੇ ਹੋ, ਆਪਾਰ ਪਾਰਾਵਾਰ ਤੋਂ ਰਹਿਤ ਹੋ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਮਾਲਕ ਜੀ, ਜਿਹੜਾ ਤੁਹਾਨੂੰ ਸਿਮਰਦਾ ਹੈ, ਜਿਹੜਾ ਤੁਹਾਨੂੰ ਚੇਤੇ ਕਰਦਾ ਹੈ, ਬਾਣੀ ਪੜ੍ਹਦਾ, ਉਹਨੂੰ ਭਉ ਨਹੀਂ, ਕਿਸੇ ਦਾ ਭਉ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ। ਤਿਨ ਭਉ ਦੁਖ ਨਾਹੇ, ਨਾ ਦੁੱਖ ਹੀ ਰਹਿੰਦਾ ਉਹਦਾ, ਭਉ ਵੀ ਖਤਮ ਹੋ ਜਾਂਦਾ, ਡਰ ਭਉ ਡਰ ਤੇ ਦੁੱਖ ਵੀ ਚਲੇ ਜਾਂਦੇ ਹਨ। ਸਾਧ ਸੰਗਤ ਜੀ, ਮੌਤ ਦਾ ਬੜਾ ਦੁੱਖ ਹੈ, ਡਰ ਵੀ ਹੈ ਸੰਸਾਰ ਨੂੰ। ਜਿਸ ਵੇਲੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਇਸ ਸੰਸਾਰ ਵਿੱਚੋਂ ਕੂਚ ਕਰ ਜਾਂਦਾ ਹੈ, ਪਿੱਛੇ ਜੀਵ ਵੀ ਬੜੇ ਦੁਖੀ ਹੁੰਦੇ ਨੇ, ਤੇ ਜਿਹੜਾ ਚਲਿਆ ਗਿਆ ਮਰਨ ਵੇਲੇ ਉਹਨੂੰ ਵੀ ਬਹੁਤ ਦੁੱਖ ਹੁੰਦਾ ਹੈ। ਫਿਰ ਜਮਾਂ ਦਾ ਬੜਾ ਡਰ ਹੈ, ਭੈ। ਜਨਮ ਅਤੇ ਮਰਨ ਦਾ ਬਹੁਤ ਵੱਡਾ ਦੁੱਖ ਮੰਨਿਆ ਗਿਆ, ਪਰ ਜਦੋਂ ਵਾਹਿਗੁਰੂ ਨੂੰ, ਮਾਲਕ ਨੂੰ ਸਿਮਰੀਏ, ਚੇਤੇ ਕਰੀਏ, ਜੋ ਤੁਧ ਸੇਵਹਿ। ਮਹਾਰਾਜ ਜਿਹੜੇ ਤੁਹਾਨੂੰ ਸਿਮਰਦੇ ਨੇ, ਜਿਹੜੇ ਤੁਹਾਨੂੰ ਯਾਦ ਕਰਦੇ ਨੇ, ਬਾਣੀ ਪੜ੍ਹਦੇ ਨੇ, ਉਹਨਾਂ ਦਾ ਡਰ ਵੀ ਤੇ ਉਹਨਾਂ ਦਾ ਦੁੱਖ ਵੀ ਤੁਸੀਂ ਨਾਸ ਕਰ ਦਿੰਦੇ ਹੋ। ਨਾ ਉਹਨਾਂ ਨੂੰ ਡਰ ਰਹਿੰਦਾ ਜੰਮਣ ਮਰਨ ਦਾ, ਨਾ ਉਹਨਾਂ ਨੂੰ ਕੋਈ ਦੁੱਖ ਰਹਿੰਦਾ ਹੈ। ਜਿਵੇਂ ਸਾਧ ਸੰਗਤ ਜੀ ਸੱਪ ਨੂੰ ਯਾਦ ਕਰੀਏ ਤੇ ਸਾਧ ਸੰਗਤ ਜੀ ਉਹਦੀ ਜ਼ਹਿਰ ਚੇਤੇ ਆਉਂਦੀ ਹੈ, ਜ਼ਹਿਰ ਨੂੰ ਚੇਤੇ ਕਰਕੇ ਫਿਰ ਬੰਦਾ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੇ ਭੂਤਾਂ ਪ੍ਰੇਤਾਂ ਨੂੰ ਚੇਤੇ ਕਰੀਏ ਤੇ ਭੂਤਾਂ ਪ੍ਰੇਤਾਂ ਨੂੰ ਚੇਤੇ ਕਰਕੇ ਵੀ ਬੰਦਾ ਡਰਦਾ ਹੈ, ਡਰ ਆਉਂਦਾ ਹੈ। ਕਈ ਵਾਰ ਤਾਂ ਰਾਤ ਨੂੰ ਸੁੱਤਿਆਂ ਪਿਆਂ ਹੀ ਡਰੀ ਜਾਂਦਾ ਹੈ। ਅੱਜ ਜਦੋਂ ਰਾਤ ਨੂੰ ਭੂਤਾਂ ਪ੍ਰੇਤਾਂ ਦੀਆਂ ਲੋਕ ਗੱਲਾਂ ਬਾਤਾਂ ਕਰਦੇ, ਹੁਣ ਕਈ ਡਰਨਗੇ, ਹਨੇਰੇ ਵਿੱਚ ਨਹੀਂ ਜਾਂਦੇ, ਡਰ ਆਉਂਦਾ। ਗੱਲਾਂ ਕੀਤੀਆਂ ਨੇ ਨਾ, ਯਾਦ ਕੀਤਾ। ਜਿਹੜੀ ਚੀਜ਼ ਨੂੰ ਯਾਦ ਕਰੋਗੇ ਫਿਰ ਉਹਦਾ ਅਸਰ ਤਾਂ ਹੋਵੇਗਾ, ਉਹਦਾ ਅਸਰ ਤਾਂ ਹੋ ਜਾਂਦਾ ਹੈ। ਗੱਲਾਂ ਬਾਤਾਂ ਕਰਕੇ ਬੰਦਾ ਡਰਦਾ ਹੈ। ਬਹੁਤ ਸਾਰੇ ਐਸੇ ਜੀਵ ਦੇਖੇ ਨੇ ਜਿਹੜੇ ਗੱਲਾਂ ਬਾਤਾਂ ਕਰਦੇ ਦਰਮਿਆਨ ਵੀ ਡਰਦੇ ਨੇ। ਇਸ ਕਰਕੇ ਸਾਧ ਸੰਗਤ ਜੀ, ਜੇ ਅਸੀਂ ਸਤਿਗੁਰੂ ਨੂੰ ਯਾਦ ਕਰਾਂਗੇ, ਸਤਿਗੁਰੂ ਨੂੰ ਸਿਮਰਾਂਗੇ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ, ਤੇ ਗੁਰੂ ਸਾਹਿਬ ਆਪ ਜੰਮਣ ਮਰਨ ਤੋਂ ਮੁਕਤ ਨੇ। ਹੁਣ ਆਪਾਂ ਮੂਲ ਮੰਤਰ ਸਾਹਿਬ ਦੇ ਵਿੱਚ ਪੜ੍ਹਦੇ ਤਾਂ ਹਾਂ, ਨਿਰਭਉ ਨਿਰਵੈਰ, ਸਤਿਗੁਰੂ ਕਿਸੇ ਤੋਂ ਡਰਦੇ ਨਹੀਂ ਹਨ। ਫਿਰ ਜਦੋਂ ਅਸੀਂ ਸਤਿਗੁਰੂ ਨੂੰ ਸਿਮਰਾਂਗੇ, ਸਤਿਗੁਰੂ ਜੀ ਇਹ ਬਖਸ਼ਿਸ਼ ਸਾਡੇ ਉੱਤੇ ਵੀ ਕਰ ਦੇਣਗੇ, ਫਿਰ ਅਸੀਂ ਵੀ ਨਹੀਂ ਕਿਸੇ ਤੋਂ ਡਰਾਂਗੇ। ਜਦੋਂ ਅਸੀਂ ਬਾਣੀ ਨੂੰ ਸਿਮਰਾਂਗੇ, ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਜੋ ਵਾਹਿਗੁਰੂ ਨੂੰ ਸਿਮਰਦੇ ਨੇ, ਚੇਤੇ ਕਰਦੇ ਨੇ, ਯਾਦ ਕਰਦੇ ਨੇ, ਉਹਨਾਂ ਦਾ ਡਰ ਵੀ, ਉਹਨਾਂ ਦਾ ਦੁੱਖ ਵੀ ਨਾਹੇ, ਨਹੀਂ ਰਹਿੰਦਾ, ਚਲਿਆ ਜਾਂਦਾ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਮਹਾਰਾਜ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਸਤਿਗੁਰੂ ਦੀ ਕਿਰਪਾ ਨਾਲ ਹੀ ਮੈਂ ਗੁਣ ਗਾਉਂਦਾ ਹਾਂ, ਆਪਣੇ ਆਪ ਨਹੀਂ। ਅਸੀਂ ਉਹਦੀ ਕਿਰਪਾ ਨਾਲ ਹੀ ਸਾਧ ਸੰਗਤ ਜੀ ਇੱਥੇ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਬੈਠੇ ਹਾਂ, ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਜੋ ਦਿਸੈ ਸੋ ਤੇਰਾ ਰੂਪ, ਜੋ ਕੁਝ ਵੀ ਦਿਸ ਰਿਹਾ ਹੈ ਉਹ ਮਹਾਰਾਜ ਤੁਹਾਡਾ ਹੀ ਰੂਪ ਹੈ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਇੱਥੇ ਦੱਸੀ ਹੈ। ਗੁਣ ਨਿਧਾਨ ਗੋਬਿੰਦ ਅਨੂਪ, ਗੋ ਬੇਦਾਂ ਕਰਕੇ ਬਿੰਦ ਜਾਣਨੇ ਜੋਗ। ਤੂੰ ਸ਼ੁਭ ਗੁਣਾਂ ਦਾ ਮਹਾਰਾਜ ਨਿਧਾਨ ਖਜ਼ਾਨਾ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਤੇ ਜੋ ਕੁਝ ਵੀ ਦਿਸ ਰਿਹਾ ਹੈ ਬ੍ਰਹਮ ਗਿਆਨੀਆਂ ਦੀ ਅਵਸਥਾ ਅਨੁਸਾਰ ਉਹ ਮਹਾਰਾਜ ਤੇਰਾ ਹੀ ਰੂਪ ਹੈ। ਜਿਵੇਂ ਭਗਤ ਨਾਮਦੇਵ ਜੀ ਨੂੰ ਕੁੱਕਰ ਦੇ ਵਿੱਚ ਵੀ ਪਰਮਾਤਮਾ ਦੇ ਦਰਸ਼ਨ ਹੋ ਗਏ, ਕੁੱਤੇ ਵਿੱਚ ਵੀ ਸਾਧ ਸੰਗਤ ਜੀ ਰੱਬ ਨੂੰ ਹੀ ਦੇਖ ਰਹੇ ਨੇ।
ਭਾਈ ਕਨ੍ਹਈਆ ਜੀ ਦੁਸ਼ਮਣਾਂ ਵਿੱਚ ਵੀ ਮਹਾਰਾਜ ਨੂੰ ਹੀ ਦੇਖ ਰਹੇ ਨੇ, ਸਤਿਗੁਰੂ ਨੂੰ ਦੇਖ ਰਹੇ ਨੇ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਮਹਾਰਾਜ ਕਿਰਪਾ ਕਰਦੇ ਨੇ, ਸਿਮਰ ਸਿਮਰ ਮਨ ਬਾਣੀ ਸਰੀਰ ਕਰਕੇ ਜਨ ਸਿਮਰਦੇ ਨੇ। ਨਾਨਕ ਕਰਮ ਪ੍ਰਾਪਤ ਹੋਏ, ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਰਮ ਕਿਰਪਾ ਹੁੰਦੀ ਹੈ ਨਾ, ਉਹਨਾਂ ਨੂੰ ਹੀ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੂੰ ਚੇਤੇ ਕਰਨਾ ਸਿਮਰਨਾ ਪ੍ਰਾਪਤ ਹੁੰਦਾ ਹੈ। ਜਿਨ ਜਪਿਆ ਤਿਸ ਕਉ ਬਲਿਹਾਰ, ਜਿਸ ਸਤਿਪੁਰਸ਼ ਨੇ ਮਹਾਰਾਜ ਜੀ ਆਪ ਜੀ ਦਾ ਨਾਮ ਜਪਿਆ, ਵਾਹਿਗੁਰੂ ਨੂੰ ਚੇਤੇ ਕੀਤਾ, ਮੈਂ ਉਸ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤਿਸ ਕੈ ਸੰਗ ਤਰੈ ਸੰਸਾਰ, ਫਿਰ ਐਸੇ ਰੱਬ ਦੇ ਪਿਆਰਿਆਂ ਦੇ ਸੰਗ ਕਰਨ ਨਾਲ, ਸੰਗਤ ਕਰਨ ਨਾਲ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਫਿਰ ਇਹੋ ਜਿਹੇ ਗੁਰਮੁਖ ਪਿਆਰੇ ਆਪ ਜਪਦੇ, ਹੋਰਨਾਂ ਨੂੰ ਵੀ ਜਪਾਉਂਦੇ, ਆਪ ਤਰਦੇ, ਹੋਰਨਾਂ ਨੂੰ ਵੀ ਤਾਰਦੇ, ਸੰਸਾਰ ਤਰਦਾ ਹੈ, ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ। ਕਹੋ ਨਾਨਕ ਪ੍ਰਭ ਲੋਚਾ ਪੂਰ, ਸਤਿਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ ਜੀ ਮੇਰੀ ਇੱਕ ਲੋਚਾ ਇੱਛਾ ਹੈ, ਕਿਰਪਾ ਕਰੋ ਉਹ ਪੂਰੀ ਕਰ ਦਿਓ। ਕੀ ਇੱਛਾ ਹੈ? ਸੰਤ ਜਨਾ ਕੀ ਬਾਛੋ ਧੂਰ। ਇੱਛਾ ਇਹ ਹੈ ਕਿ ਰੱਬ ਦੇ ਪਿਆਰਿਆਂ ਦੀ ਜਿਹੜੀ ਚਰਨ ਧੂੜ ਹੈ ਨਾ, ਰੱਬ ਦੇ ਪਿਆਰਿਆਂ ਦੀ ਮੈਂ ਚਰਨ ਧੂੜ ਮੰਗਦਾ ਹਾਂ, ਇਹ ਮੇਰੀ ਇੱਛਾ ਕਿਰਪਾ ਕਰਕੇ ਪੂਰੀ ਕਰੋ। ਭਾਵ ਕਿ ਇਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਿਮਰਤਾ ਸਿਖਾਈ ਹੈ ਵੀ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਗੁਰਸਿੱਖਾਂ ਦੀ ਚਰਨ ਧੂੜ ਬਣ ਕੇ ਰਹੋ, ਨੀਵੇਂ ਹੋ ਕੇ ਰਹੋ। ਨਿਮਰਤਾ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਗੁਰਸਿੱਖਾਂ ਕੀ ਹੈ ਧੂੜ ਦੇ, ਹਮ ਪਾਪੀ ਭੀ ਗਤ ਪਾਹੇ, ਐਸੀ ਅਵਸਥਾ ਵਿੱਚ ਜੀਵੋ। ਇਹ ਸਾਧ ਸੰਗਤ ਜੀ ਸਾਨੂੰ ਸਤਿਗੁਰਾਂ ਨੇ ਸ੍ਰੀ ਹੁਕਮਨਾਮੇ ਸਾਹਿਬ ਜੀ ਦੇ ਵਿੱਚ, ਸ੍ਰੀ ਮੁਖਵਾਕ ਦੇ ਅੰਦਰ, ਹੁਕਮਨਾਮੇ ਸਾਹਿਬ ਅੰਦਰ ਸਾਨੂੰ ਸਮਝਾਉਣਾ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ ਗੁਰੂ ਸਾਹਿਬ ਸਫਲ ਕਰਨ। ਗੁਰੂ ਸਾਹਿਬ ਜੀ ਨੇ ਜੋ ਸਿੱਖਿਆ ਸਾਨੂੰ ਸਮਝਾਈ ਹੈ, ਉਹ ਸਾਡੇ ਸਭਨਾਂ ਦੇ ਹਿਰਦੇ ਵਿੱਚ ਵਸੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ, ਦੇਹੋ ਸੱਜਣ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।